ਜਿਹੜਾ ਬੇਟਾ ਸਾਡਾ ਟੌਪਿਕ ਹੈ ਉਹ ਹੈ ਨਿਊ ਇੰਪੀਰੀਅਲਿਜ਼ਮ, ਨਵਾਂ ਸਾਮਰਾਜਵਾਦ। ਇੱਕ ਹੈ ਸ਼ਬਦ ਸਾਮਰਾਜਵਾਦ, ਜਿਹਨੂੰ ਅਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਕਹਿੰਦੇ ਸੀ ਕਿ ਦੂਜਿਆਂ ਦੀਆਂ ਜਾਇਦਾਦਾਂ ਨੂੰ ਹੜਪਣ ਕਰਨਾ, ਦੂਸਰੇ ਮੁਲਕਾਂ 'ਤੇ ਕਬਜ਼ਾ ਕਰਨਾ, ਉਹਨਾਂ ਦੇ ਉੱਤੇ ਆਪਣਾ ਅਧਿਕਾਰ ਜਮਾਉਣਾ ਔਰ ਉਹਨਾਂ ਤੋਂ ਰਿਸੋਰਸਿਸ ਨੂੰ ਆਪਣੇ ਹਿੱਤਾਂ ਦੇ ਲਈ ਇਸਤੇਮਾਲ ਕਰਨਾ, ਉਹਨੂੰ ਅਸੀਂ ਕਹਿੰਦੇ ਸੀ ਸਾਮਰਾਜਵਾਦ। ਪਰ 18ਵੀਂ 19ਵੀਂ ਸਦੀ ਤੋਂ ਬਾਅਦ ਇੱਕ ਨਵਾਂ ਸ਼ਬਦ ਜਿਹੜਾ ਹੈ ਉੱਭਰਨਾ ਸ਼ੁਰੂ ਹੋਇਆ, ਜਿਹਨੂੰ ਅਸੀਂ ਕੁਆਇਨ ਕੀਤਾ ਐਜ਼ ਨਿਊ ਇੰਪੀਰੀਅਲਿਜ਼ਮ, ਨਵਾਂ ਸਾਮਰਾਜਵਾਦ। ਇਸ ਨਵੇਂ ਸਾਮਰਾਜਵਾਦ ਦਾ ਮਤਲਬ ਸੀਗਾ ਕਿ ਜੋ ਤਾਕਤਵਰ ਮੁਲਕ ਸੀਗੇ ਉਹਨਾਂ ਨੇ ਕਮਜ਼ੋਰ ਦੇਸ਼ਾਂ ਦੇ ਉੱਤੇ ਕਬਜ਼ਾ ਕਰਕੇ ਉਹਨਾਂ ਨੂੰ ਆਪਣੀਆਂ ਬਸਤੀਆਂ ਬਣਾ ਲਿਆ ਤਾਂ ਕਿ ਉਹਨਾਂ ਦੇ ਆਰਥਿਕ ਸਰੋਤਾਂ ਨੂੰ ਆਪਣੇ ਲਈ ਇਸਤੇਮਾਲ ਕਰ ਸਕਣ ਔਰ ਉਹਨਾਂ ਦਾ ਸ਼ੋਸ਼ਣ ਕਰਕੇ ਉਹਨਾਂ ਨੂੰ ਮੰਡੀਆਂ ਦੇ ਤੌਰ 'ਤੇ ਇਸਤੇਮਾਲ ਕਰਕੇ ਆਪਣੇ ਮੁਲਕ ਨੂੰ ਮਜ਼ਬੂਤ ਕਰ ਸਕਣ। ਇਸ ਨੂੰ ਅਸੀਂ ਨਾਮ ਦਿੱਤਾ ਹੈ ਨਵੇਂ ਸਾਮਰਾਜਵਾਦ ਦਾ। ਇਹ ਜਿਹੜਾ ਨਵਾਂ ਸਾਮਰਾਜਵਾਦ ਸੀਗਾ, ਇਹਨੂੰ ਅਸੀਂ ਕਿਸ ਢੰਗ ਦੇ ਨਾਲ ਦੇਖਦੇ ਹਾਂ, ਇਹਦਾ ਸਰੂਪ ਕੀ ਹੈ, ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਇਹ ਸਾਰਿਆਂ ਨੇ ਦੇਖਿਆ ਹੈ ਕਿ 17ਵੀਂ 18ਵੀਂ ਸਦੀ ਦੇ ਵਿੱਚ ਯੂਰੋਪੀਅਨ ਕੰਟਰੀਜ਼ 'ਚ ਇੰਡਸਟਰੀਅਲ ਰੈਵੋਲੂਸ਼ਨ ਆਈ, ਨਵੀਆਂ ਸਾਇੰਟੀਫਿਕ ਡਿਸਕਵਰੀਜ਼ ਹੋਈਆਂ, ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚੋਂ ਮੁਲਕ ਕਾਫੀ ਅੱਗੇ ਵਧੇ। ਯਾਨੀ ਕੁੱਲ ਮਿਲਾ ਕੇ ਕਹਿ ਲਓ ਕਿ ਦੁਨੀਆ ਦੇ ਦੂਜੇ ਮੁਲਕਾਂ ਨਾਲੋਂ ਉਹ ਜ਼ਿਆਦਾ ਐਡਵਾਂਸ ਹੋ ਗਏ ਔਰ ਉਹਦੇ ਸਿੱਟੇ ਵਜੋਂ ਉਹਨਾਂ ਨੇ ਦੂਜਿਆਂ ਦੇ ਉੱਤੇ ਹਾਵੀ ਹੋਣਾ ਸ਼ੁਰੂ ਕਰ ਦਿੱਤਾ। ਔਰ ਇਹ ਖਾਸ ਤੌਰ ਦੇ ਉੱਤੇ ਉਸ ਜ਼ਮਾਨੇ ਦੇ ਅੰਦਰ ਜਦੋਂ ਏਸ਼ੀਆ ਅਤੇ ਅਫਰੀਕਾ ਦੇ ਮੁਲਕ ਓਨੇ ਐਡਵਾਂਸ ਨਹੀਂ ਸਨ, ਨਾ ਤਾਂ ਇਕਨੋਮਿਕਲੀ ਓਨੇ ਐਡਵਾਂਸ ਸੀ ਅਤੇ ਨਾ ਸਾਇੰਟੀਫਿਕਲੀ ਓਨਾ ਐਡਵਾਂਸ ਸੀ, ਨਾ ਹੀ ਈਵਨ ਪੋਲੀਟੀਕਲੀ ਓਨੇ ਫਾਰ ਸਾਈਟਡ ਸੀਗੇ। ਇਸ ਕਰਕੇ ਇਸ ਨਵੇਂ ਸਾਮਰਾਜਵਾਦ ਦੇ ਵਿੱਚ ਇਹਨਾਂ ਯੂਰੋਪੀਅਨ ਕੰਟਰੀਜ਼ ਨੇ ਏਸ਼ੀਆ ਅਤੇ ਅਫਰੀਕਾ ਦੀਆਂ ਵੱਖ-ਵੱਖ ਏਰੀਆਜ਼ ਉੱਤੇ ਕਬਜ਼ਾ ਕਰਕੇ ਕੌਲੋਨੀਜ਼ ਬਣਾਈਆਂ ਔਰ ਉਹਨੂੰ ਬਸਤੀਵਾਦ ਦਾ ਨਾਂ ਅਸੀਂ ਦਿੰਦੇ ਹਾਂ। ਔਰ ਦੂਸਰੀ ਗੱਲ ਅਸੀਂ ਕੀ ਦੇਖਦੇ ਹਾਂ ਕਿ ਇਹਦੇ ਨਾਲ ਨਾਲ ਇੱਕ ਸੁਧਾਰ ਤੇ ਆਧੁਨਿਕ ਰਾਜ ਪ੍ਰਬੰਧ ਦੀ ਰੂਪਰੇਖਾ ਵੀ ਉਭਰੀ, ਕਿਉਂਕਿ ਆਵਾਜਾਈ ਤੇ ਸੰਚਾਰ ਦੇ ਸਾਧਨ ਜਿਹੜੇ ਸੀਗੇ ਉਹ ਵੱਡੇ ਪੱਧਰ ਦੇ ਤੌਰ ਤੇ ਵਿਕਸਿਤ ਹੋਏ, ਜਿਨੇ ਦੂਰੀਆਂ ਨੂੰ ਘਟਾ ਦਿੱਤਾ ਔਰ ਰਾਜਨੀਤਿਕ ਏਕਤਾਵਾਂ ਸਥਾਪਿਤ ਕਰ ਦਿੱਤੀਆਂ ਔਰ ਉਹਨਾਂ ਨੇ ਬਸਤੀਆਂ ਦੇ ਲੋਕਾਂ ਦੇ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਪ੍ਰਬੰਧ ਵੀ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹਦੇ ਵਿੱਚ ਉਹਨਾਂ ਦਾ ਆਪਣਾ ਮਕਸਦ, ਆਪਣਾ ਬੈਨੀਫਿਟ ਕਮਾਉਣਾ ਹੀ ਹੁੰਦਾ ਸੀ। ਤੀਸਰਾ, ਇਹ ਬਸਤੀਵਾਦ ਕਿਉਂ ਵੱਧ ਸਕਿਆ ਜਾਂ ਨਵਾਂ ਸਾਮਰਾਜਵਾਦ ਕਿਉਂ ਫੈਲਿਆ? ਕਿਉਂਕਿ ਉਸ ਵੇਲੇ ਨਵੀਂ ਚੀਜ਼ ਡਿਵੈਲਪ ਹੋਈ ਜਿਹੜੀ ਟ੍ਰੇਡ ਐਂਡ ਕਾਮਰਸ ਦੇ ਅੰਦਰ, ਉਹ ਸੀ ਖੁੱਲ੍ਹਾ ਵਪਾਰ। ਖੁੱਲ੍ਹੇ ਵਪਾਰ ਦਾ ਮਤਲਬ ਹੈ ਵੀ ਤੁਸੀਂ ਕੋਈ ਰਿਸਟ੍ਰਿਕਸ਼ਨਸ ਨਹੀਂ ਲਾਓਗੇ, ਕੋਈ ਮੋਨੋਪਲੀ ਨਹੀਂ ਹੋਏਗੀ। ਮੋਨੋਪਲੀ ਦੇ ਭਾਵ ਤੋਂ ਬੇਟਾ ਇਹ ਸਮਝਣਾ ਹੈ ਕਿ ਜਦੋਂ ਹਿੰਦੁਸਤਾਨ 'ਚ ਈਸਟ ਇੰਡੀਆ ਕੰਪਨੀ ਦਾ ਰੂਲ ਸੀਗਾ ਤਾਂ ਉਸ ਵੇਲੇ ਕਿਹਾ ਜਾਂਦਾ ਸੀ ਕਿ ਜਿਹੜੀ ਚਾਹ ਹੈਗੀ ਹੈ, ਚਾਹ ਦੇ ਉੱਤੇ ਸਿਰਫ ਤੇ ਸਿਰਫ ਹਿੰਦੁਸਤਾਨ ਦੇ ਵਿੱਚ ਈਸਟ ਇੰਡੀਆ ਕੰਪਨੀ ਹੀ ਵਪਾਰ ਕਰ ਸਕਦੀ ਹੈ, ਦੂਜੀਆਂ ਕੰਪਨੀਆਂ ਵਪਾਰ ਨਹੀਂ ਕਰ ਸਕਦੀਆਂ। ਪਰ ਹੁਣ ਜਦੋਂ ਅਸੀਂ ਦੂਜੇ ਇਸ ਨਵੇਂ ਦੌਰ ਦੇ ਵਿੱਚ ਦੇਖਦੇ ਹਾਂ, ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਦੇਖਦੇ ਹਾਂ, 21ਵੀਂ ਸਦੀ ਦੇ ਦੌਰ 'ਚ ਦੇਖਦੇ ਹਾਂ, ਤਾਂ ਤੁਸੀਂ ਦੇਖਦੇ ਹੋ ਕਿ ਬੇਟਾ ਮੰਨ ਲਓ 4G ਆਇਆ ਜਾਂ ਤੁਸੀਂ ਮੋਬਾਈਲ ਫੋਨਸ ਦੇ ਲਈ ਕਨੈਕਸ਼ਨ ਲੈਂਦੇ ਹੋ, ਚਾਹੇ ਤੁਸੀਂ ਵੋਡਾਫੋਨ ਦਾ ਲਓ, ਚਾਹੇ ਏਅਰਟੈਲ ਦਾ ਲਓ, ਚਾਹੇ ਰਿਲਾਇੰਸ ਦਾ ਲਓ, ਚਾਹੇ BSNL ਦਾ ਲਓ, ਚਾਹੇ ਕਿਸੇ ਹੋਰ ਕੰਪਨੀ ਦਾ ਲਓ, ਦੇयर इज़ नो restriction and every company is allowed to sell their SIMs and sell their connections. So this is an open trade. No restriction on any company ਕਿ ਤੁਸੀਂ ਨਹੀਂ ਵਪਾਰ ਕਰ ਸਕਦੇ ਜਾਂ ਤੁਸੀਂ ਵਪਾਰ ਕਰ ਸਕਦੇ ਹੋ। ਜਿਹਦੇ ਕੋਲੇ ਪੈਸਾ ਹੈ, ਜਿਹੜਾ ਪੂੰਜੀ ਲਗਾਉਣਾ ਚਾਹੁੰਦਾ ਵਪਾਰ ਕਰ ਸਕਦਾ ਹੈ। ਤਾਂ ਉਹਦੇ ਨਾਲ ਕੀ ਹੋਇਆ ਕਿ ਵਪਾਰਿਕ ਰੁਕਾਵਟਾਂ ਖਤਮ ਹੋਈਆਂ ਔਰ ਵੱਡੇ ਪੱਧਰ 'ਤੇ ਜਦੋਂ ਵਪਾਰ ਸ਼ੁਰੂ ਹੋਇਆ ਤਾਂ ਵੱਡੇ ਪੱਧਰ ਦੇ ਉੱਤੇ ਬਸਤੀਆਂ ਦੀ ਲੁੱਟ ਖਸੁੱਟ ਵੀ ਸ਼ੁਰੂ ਹੋਈ। ਔਰ ਅਸੀਂ ਇਸ ਗੱਲ ਦੇ ਲਈ ਬੇਟਾ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਇਹ ਕਿੱਦਾਂ ਪੋਸੀਬਲ ਹੋਇਆ, ਕਿਉਂਕਿ ਵੈਸਟਰਨ ਨੇਸ਼ਨਸ, ਯੂਰੋਪੀਅਨ ਤਾਕਤਾਂ ਜਿਹੜੀਆਂ ਸੀਗੀਆਂ ਉਹ ਆਲਰੇਡੀ ਮਾਡਰਨਾਈਜ਼ ਹੋ ਚੁੱਕੀਆਂ ਸੀ, ਆਧੁਨਿਕਰਨ ਉਹਨਾਂ ਦਾ ਹੋ ਚੁੱਕਾ ਸੀ, ਆਵਾਜਾਈ ਦੇ ਸਾਧਨ ਵਿਕਸਿਤ ਹੋ ਚੁੱਕੇ ਸਨ। ਇਸ ਕਰਕੇ ਉਹਨਾਂ ਲਈ ਇਹਨਾਂ ਬਸਤੀਆਂ ਨੂੰ ਬਣਾਉਣਾ ਸੌਖਾ ਹੋ ਚੁੱਕਾ ਸੀ। ਔਰ ਉਸ ਵੇਲੇ ਇਹ ਇੱਕ ਰੇਸ ਵੀ ਚੱਲੀ ਯੂਰੋਪੀਅਨ ਕੰਟਰੀਜ਼ ਕਿ ਅਸੀਂ ਵੱਧ ਤੋਂ ਵੱਧ ਬਸਤੀਆਂ ਜਿਹੜੀਆਂ ਨੇ ਬਣਾਉਣੀਆਂ ਨੇ। ਔਰ ਪੂਰੇ ਤੇ ਪੂਰੀ ਇਸ ਰੇਸ ਦਾ ਅੰਜਾਮ ਕੀ ਨਿਕਲਿਆ ਕਿ 1920 ਈਸਵੀ ਤੱਕ ਦੁਨੀਆ ਦੇ 84% ਭਾਗ ਉੱਤੇ 84% ਏਰੀਆ ਆਫ ਦਾ ਵਰਲਡ ਵਾਜ਼ ਕॉलोनीज। ਜੇ ਹਾਲਾਂਕਿ ਥੋੜ੍ਹਾ ਜਿਹਾ ਅੱਗੇ ਪਿੱਛੇ ਫਿਗਰ ਹੋਏਗੀ, ਲੇਕਿਨ ਮੈਂ ਸਮਝਾਉਣ ਲਈ ਦੱਸ ਰਿਹਾ ਕਿ ਤੁਸੀਂ ਇਹ ਮੰਨ ਲਓ ਕਿ 16% ਮੁਲਕਾਂ ਨੇ 84% ਮੁਲਕਾਂ ਦੇ ਉੱਤੇ ਰਾਜ ਕਰ ਲਿਆ, ਜਾਂ 16%
ਏਰੀਆ ਜਿਹੜਾ ਮੁਲਕਾਂ ਦੇ ਕੋਲੇ ਸੀਗਾ, ਯੂਰੋਪੀਅਨ ਕੰਟਰੀਜ਼ ਔਰ ਅਮਰੀਕਨਸ ਦੇ ਕੋਲੇ, ਉਹਨਾਂ ਨੇ 84 ਲੈਂਡ ਜਿਹੜੀ ਦੂਜੇ ਮੁਲਕਾਂ ਦੇ ਕੋਲੇ ਸੀ ਉਹਨਾਂ ਨੂੰ ਬਸਤੀਆਂ ਬਣਾ ਲਿਆ। ਦਿਸ ਵਾਜ਼ ਏ ਨਿਊ ਇੰਪੀਰੀਅਲਿਜ਼ਮ। ਔਰ ਇਹਦੇ 'ਚ ਵਾਰ-ਵਾਰ ਇਹ ਗੱਲ ਅਸੀਂ ਕਹਿੰਦੇ ਹਾਂ ਕਿ ਉਹਨਾਂ ਦਾ ਉਦੇਸ਼ ਆਪਣੇ ਹੀ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਨਾ ਹੁੰਦਾ ਸੀ। ਹੁਣ ਸਵਾਲ ਇਹ ਹੁੰਦਾ ਹੈ ਕਿ ਇਹ ਸਾਰੀ ਚੀਜ਼ ਦੀ ਇੰਨੀ ਹੋੜ, ਇੰਨੀ ਡਿਵੈਲਪਮੈਂਟ, ਇੰਨਾ ਇੰਪੀਰੀਅਲਿਜ਼ਮ, ਨਿਊ ਇੰਪੀਰੀਅਲਿਜ਼ਮ ਆਇਆ ਕਿਉਂ? ਕਿਉਂਕਿ ਹਰ ਚੀਜ਼ ਦਾ ਇੱਕ ਕਾਰਨ ਹੁੰਦਾ, ਇੱਕ ਉਹਦਾ ਬੇਸ ਬਣਦਾ ਹੈ। ਸਿਰਫ ਖਵਾਇਸ਼ ਦੇ ਨਾਲ ਹੀ ਹਰ ਚੀਜ਼ ਮੁਮਕਿਨ ਨਹੀਂ ਹੁੰਦੀ। ਉਸ ਵੇਲੇ ਤੇ ਹਾਲਾਤ ਵੀ ਉਸ ਤਰੀਕੇ ਨਾਲ ਡਿਵੈਲਪ ਹੁੰਦੇ ਨੇ, ਸਰਕਮਸਟੈਂਸ਼ੀਅਲ ਚੀਜ਼ਾਂ ਵੀ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਅਸੀਂ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਨੰਬਰ 1, ਅਸੀਂ ਕੀ ਜਦੋਂ ਦੇਖਦੇ ਹਾਂ ਤਾਂ ਕੋਸ਼ਿਸ਼ ਕੀ ਦੇਖਦੇ ਹਾਂ ਕਿ ਜਨਸੰਖਿਆ ਦੇ ਵਿੱਚ ਬਹੁਤ ਵਾਧਾ ਹੋਇਆ। ਜਦੋਂ ਜਨਸੰਖਿਆ 'ਚ ਵਾਧਾ ਹੁੰਦਾ ਹੈ ਤਾਂ ਨੈਚੁਰਲੀ ਹੈ ਕਿ ਤੁਹਾਡੀਆਂ ਨੀਡਸ ਜਿਹੜੀਆਂ ਨੇ ਉਹ ਬਹੁਤ ਵੱਡੀ ਪੱਧਰ ਦੇ ਵਿੱਚ ਫੈਲਦੀਆਂ। ਜਦੋਂ ਤੁਹਾਡੀਆਂ ਜ਼ਰੂਰਤਾਂ ਵੱਧਦੀਆਂ ਨੇ ਤਾਂ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਅਲੱਗ ਰਿਸੋਰਸਿਸ ਜਿਹੜੇ ਨੇ ਉਹ ਤੈਅ ਕਰਨੇ ਪੈਂਦੇ ਨੇ। ਉਹ ਜ਼ਰੂਰਤਾਂ ਤੁਹਾਡੇ ਜੀਵਨ ਪੱਧਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ, ਤੁਹਾਡੇ ਲਿਵਿੰਗ ਸਟੈਂਡਰਡ ਨਾਲ ਵੀ ਜੁੜੀਆਂ ਹੁੰਦੀਆਂ ਨੇ, ਤੁਹਾਡੇ ਆਪਣੇ ਇਕਨੋਮਿਕ ਕੰਡੀਸ਼ਨਸ ਦੇ ਨਾਲ ਵੀ ਜੁੜੀਆਂ ਹੁੰਦੀਆਂ, ਲੇਕਿਨ ਜ਼ਰੂਰਤਾਂ ਹੀ ਹੁੰਦੀਆਂ ਨੇ। ਉਹ ਹਰ ਵਰਗ ਦੀਆਂ ਹੁੰਦੀਆਂ ਨੇ। ਉਹ ਲੋਅਰ ਕਲਾਸ ਦੀਆਂ ਵੀ ਹੋਣਗੀਆਂ, ਲੋਅਰ ਮਿਡਲ ਕਲਾਸ ਦੀਆਂ ਵੀ ਹੋਣਗੀਆਂ, ਅਪਰ ਮਿਡਲ ਕਲਾਸ ਦੀਆਂ ਵੀ ਹੋਣਗੀਆਂ, ਐਲੀਟ ਕਲਾਸ ਦੀਆਂ ਵੀ ਹੋਣਗੀਆਂ। ਪਰ ਉਸੇ ਕਲਾਸ ਦੇ ਅੰਦਰ, ਉਸੇ ਵਰਗ ਦੇ ਅੰਦਰ ਜਦੋਂ ਪਾਪੂਲੇਸ਼ਨ ਇੱਕ ਲੈਵਲ ਤੋਂ ਵੱਧਦੀ ਹੈ ਤਾਂ ਉਹਦੀਆਂ ਜਿਹੜੀਆਂ ਨੀਡਸ ਵੱਧਦੀਆਂ ਹੈ ਤੇ ਉਹ ਨੀਡਸ ਸਥਾਨਿਕ ਰੂਪ ਦੇ ਵਿੱਚ, ਲੋਕਲ ਰੂਪ ਦੇ ਵਿੱਚ ਜਾਂ ਰੀਜਨਲ ਰੂਪ ਦੇ ਵਿੱਚ ਪੂਰੀਆਂ ਨਹੀਂ ਹੋ ਪਾਉਂਦੀਆਂ ਤਾਂ ਉਹਦੇ ਲਈ ਅਲੱਗ-ਅਲੱਗ ਰਿਸੋਰਸਿਸ ਦੀ ਤਲਾਸ਼ ਹੋ ਜਾਣੀ ਸੁਭਾਵਿਕ ਹੋ ਜਾਂਦੀ ਹੈ। ਇਸੇ ਕਰਕੇ ਉਹ ਤਲਾਸ਼ ਦੇ ਰਾਹੀਂ ਦੂਜੇ ਮੁਲਕਾਂ ਦੇ ਵਿੱਚ ਉਹਨਾਂ ਨੇ ਆਪਣਾ ਵਪਾਰ ਕਰਨਾ, ਉਸ ਵਪਾਰ ਨੂੰ ਫੈਲਾਉਣਾ ਔਰ ਉੱਥੋਂ ਦੀ ਕੱਚਾ ਮਾਲ ਲੈਣਾ, ਕੱਚਾ ਮਾਲ ਵੇਚਣਾ, ਇਹ ਸਾਰੀ ਚੀਜ਼ਾਂ ਉਹਦੇ ਵਿੱਚੋਂ ਨਿਕਲੀਆਂ। ਔਰ ਇਸੇ ਨੂੰ ਅਸੀਂ ਦੂਜੇ ਢੰਗ ਨਾਲ ਕਹਿ ਸਕਦੇ ਹਾਂ ਕਿ ਵਾਧੂ ਮਾਲ ਵੇਚਣ ਲਈ ਹੁਣ ਮੰਡੀਆਂ ਦੀ ਜ਼ਰੂਰਤ ਹੋ ਗਈ। ਜਦੋਂ ਤੁਹਾਡੇ ਕੋਲੇ ਕੱਚੇ ਮਾਲ ਦੀ ਸਪਲਾਈ ਵੱਧ ਹੋ ਗਈ ਔਰ ਉਹਦੇ ਨਾਲ ਤੁਸੀਂ ਇਹ ਦੇਖੋ, ਸਪਲਾਈ ਨੂੰ ਅਜੇ ਵੱਧ ਨਾ ਕਹੋ, ਤੁਸੀਂ ਕਹਿ ਲਓ ਵੀ ਕੱਚਾ ਮਾਲ ਤੁਹਾਡੇ ਕੋਲੇ ਆ ਗਿਆ ਔਰ ਤੁਹਾਡੇ ਕੋਲੇ ਉਹਦੀ ਪ੍ਰੋਡਕਸ਼ਨ ਇਨਕਰੀਜ਼ ਹੋ ਗਈ। ਪ੍ਰੋਡਕਸ਼ਨ ਮੀਨਸ ਕਿ ਤੁਸੀਂ ਮਸ਼ੀਨਾਂ ਲਾ ਲਈਆਂ। ਜਿੱਥੇ ਤੁਸੀਂ ਤੁਹਾਡੇ ਪਹਿਲਾਂ ਇੱਕ ਪਿੰਡ ਦੇ ਵਿੱਚ ਜਦੋਂ ਬੰਦੇ ਹੱਥ ਨਾਲ ਕੰਮ ਕਰਦੇ ਸੀਗੇ 20 ਬੰਦੇ, ਤਾਂ ਸਪੋਜ਼ ਕਰ ਲਓ 20 ਚੀਜ਼ਾਂ ਬਣਾਉਂਦੇ ਸੀ। ਹੁਣ ਇੱਕ ਮਸ਼ੀਨ ਮਹੀਨੇ ਦੇ ਵਿੱਚ 20 ਬਣਾ ਰਹੀ। ਉਹ ਇੱਕ ਮਸ਼ੀਨ ਸਾਲ ਦੇ ਵਿੱਚ 250 ਬਣਾ ਰਹੀ ਹੈ। ਤੁਸੀਂ ਸਾਲ ਦੇ ਵਿੱਚ 20 ਬਣਾਉਂਦੇ ਸੀ ਔਰ ਜੇ 10 ਮਸ਼ੀਨਾਂ ਲੱਗ ਗਈਆਂ ਤਾਂ 2500 ਬਣਾ ਰਹੀ ਹੈ। ਤੇ ਪਹਿਲਾਂ 20 ਚੀਜ਼ਾਂ ਦੀ ਕੰਜ਼ੰਪਸ਼ਨ ਹੁੰਦੀ ਸੀ, ਖਪਤ ਹੁੰਦੀ ਸੀ, ਤੇ 2500 ਦੀ ਖਪਤ ਕਿੱਥੋਂ ਕਰਨੀ? ਸੋ ਵਿਦ ਦਿਸ ਸਾਇੰਸ ਐਂਡ ਟੈਕਨੋਲੋਜੀ, ਇੰਗਲੈਂਡ, ਜਰਮਨੀ, ਫਰਾਂਸ, ਬੈਲਜੀਅਮ, ਇਹਨਾਂ ਵਿੱਚ ਜਿਹੜਾ ਮਾਲ ਤਿਆਰ ਹੋਇਆ, ਯੂਰੋਪੀਅਨ ਕੰਟਰੀਜ਼ ਉਸ ਵੇਲੇ ਇੰਪੋਰਟੈਂਟ ਸੀਗੇ, ਤਾਂ ਉਹ ਮਾਲ ਵੇਚਣਾ ਕਿੱਥੇ? ਲੋਕਲ ਤਾਂ ਖਪਤ ਉਨੀ ਕੀ ਹੋਏਗੀ ਜਿੰਨੀ ਕੁ ਹੋਣੀ ਹੈ। ਜਿੰਨੀ ਕੁ ਬੰਦੇ ਦੀ ਜ਼ਰੂਰਤ ਹੈ, ਇਹਦੇ ਵੱਲ ਨੂੰ ਦੂਜੇ ਪਿੰਡਾਂ 'ਚ ਵੇਚੇਗਾ, ਦੂਜੇ ਸ਼ਹਿਰਾਂ 'ਚ ਵੇਚੇਗਾ, ਦੂਜੇ ਮੁਲਕਾਂ 'ਚ ਵੇਚਣਾ ਸ਼ੁਰੂ ਕਰੇਗਾ। ਇਸ ਕਰਕੇ ਉਹ ਨਵੇਂ ਮੰਡੀਆਂ ਦੀ ਤਲਾਸ਼ ਸਟਾਰਟ ਹੋਈ। ਔਰ ਉਹ ਨਵੀਆਂ ਮੰਡੀਆਂ ਕਿੱਥੋਂ ਮਿਲਣੀਆਂ ਸੀ? ਆਪਣੀ ਜਗ੍ਹਾ ਤਾਂ ਸੈਚੂਰੇਸ਼ਨ ਹੋ ਗਈ, ਮੇਰੇ ਵੀ ਇੰਡਸਟਰੀ ਲੱਗੀ ਹੈ, ਤੁਹਾਡੇ ਵੀ ਲੱਗੀ ਹੈ, ਤੁਸੀਂ ਮੇਰੇ ਤੇ ਤੁਸੀਂ, ਮੈਂ ਤੁਹਾਡੇ ਥੋੜ੍ਹੀ ਵੇਚੂੰਗਾ, ਉਹਨੂੰ ਅਸੀਂ ਇੱਕ ਸੈਪਰੇਟ ਚੀਜ਼ 'ਤੇ ਲਿਜਾਵਾਂਗੇ ਜਿੱਥੇ ਆਲਰੇਡੀ ਉਸ ਚੀਜ਼ ਦੀ ਅਵੇਲੇਬਿਲਿਟੀ ਨਹੀਂ ਹੈਗੀ, ਉਸ ਚੀਜ਼ ਦੀ ਘਾਟ ਹੈਗੀ, ਉੱਥੇ ਉਸ ਨੂੰ ਵੇਚਿਆ ਜਾਏਗਾ। ਜਿੱਥੇ ਉਹ ਪਹਿਲਾਂ ਹੀ ਚੀਜ਼ ਮਿਲ ਰਹੀ ਹੈ ਉਹ ਉੱਥੇ ਤੁਸੀਂ ਉਹਨੂੰ ਨਹੀਂ ਵੇਚ ਸਕਦੇ। ਕਿਤੇ ਸੁਣਿਆ ਵੀ ਸ਼ਹਿਰਾਂ ਦੇ ਵਿੱਚੋਂ ਲੋਕੀ ਸਬਜ਼ੀ ਲਿਜਾ ਕੇ ਪਿੰਡਾਂ ਦੇ ਵਿੱਚ ਵੇਚਣਗੇ? ਕਿਉਂਕਿ ਪਿੰਡਾਂ ਦੇ ਵਿੱਚ ਉਹ ਆਲਰੇਡੀ